ਵਾਹਿਗੁਰੂ ਸਾਹਿਬ ਜੀਓ। ਰਾਗ ਮਾਝ ਚੌਪ ਦੇ ਘਰ ਪਹਿਲਾ ਮਹਲਾ ਚੌਥਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਰ ਹਰ ਨਾਮ ਮੈਂ ਹਰ ਮਨ ਪਾਇਆ, ਵਡ ਭਾਗੀ ਹਰ ਨਾਮ ਧਿਆਇਆ। ਹਰ ਹਰ ਨਾਮ ਮੈਂ ਹਰ ਮਨ ਭਾਇਆ, ਵਡ ਭਾਗੀ ਹਰ ਨਾਮ ਧਿਆਇਆ। ਗੁਰਪੂਰੈ ਹਰ ਨਾਮ ਸਿਧ ਪਾਈ, ਕੋ ਵਿਰਲਾ ਗੁਰਮਤਿ ਚੱਲੈ ਜੀਓ। ਮੈਂ ਹਰ ਹਰ ਖਰਚ ਲਿਆ ਬਨ ਪੱਲੇ, ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ। ਗੁਰਪੂਰੈ ਹਰ ਨਾਮ ਦਿੜਾਇਆ, ਹਰ ਨੇਹ ਚਲ ਹਰ ਧਨ ਪੱਲੇ ਜੀਓ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ। ਹਉ ਰਹਿ ਨ ਸਕਾ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹਉ ਰਹਿ ਨ ਸਕਾਂ ਬਿਨ ਦੇਖੈ ਮੇਰੀ ਮਾਈ। ਹਰਿ ਜੀਉ ਕਿਰਪਾ ਕਰਹੁ ਗੁਰ ਮੇਲਹੁ, ਜਨ ਨਾਨਕ ਹਰ ਧਨ ਪੱਲੇ ਜੀਓ। ਹਰਿ ਜੀਉ ਕਿਰਪਾ ਕਰਹੁ ਗੁਰ ਮੇਲਹੁ, ਜਨ ਨਾਨਕ ਹਰ ਧਨ ਪੱਲੇ ਜੀਓ। ਹਰ ਹਰ ਨਾਮ ਮੈਂ ਹਰ ਮਨ ਪਾਇਆ, ਵਡ ਭਾਗੀ ਹਰ ਨਾਮ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਬਾਣੀ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਸਤਿਗੁਰੂ ਦੀ ਅਪਾਰ ਰਹਿਮਤ ਦਾ ਸਦਕਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਪ੍ਰਥਮ ਰਾਗ, ਜਿਸ ਨੂੰ ਸ੍ਰੀ ਰਾਗ ਸਤਿਗੁਰੂ ਨੇ ਲਿਖਿਆ ਹੈ, ਉਹ ਸੰਪੂਰਨ ਹੋਇਆ ਹੈ। ਹੁਣ ਅੱਗੇ ਤਰਤੀਬ ਦੇ ਅਨੁਸਾਰ ਦੂਸਰਾ ਮਾਝ ਰਾਗ ਆਰੰਭ ਹੋ ਰਿਹਾ ਹੈ।
ਜਿੱਥੋਂ ਤੱਕ ਮਾਝ ਰਾਗ ਦਾ ਸਵਾਲ ਹੈ, ਇਹਦੇ ਬਾਰੇ ਗੁਰਸਿੱਖ ਵਿਦਵਾਨਾਂ ਨੇ ਖੋਜ ਕੀਤੀ ਹੈ। ਜਿਤਨੀਆਂ ਵੀ ਰਾਗ ਮਾਲਾਵਾਂ ਹਨ, ਚਾਹੇ ਗੁਰਬਾਣੀ ਵਿੱਚ ਲਿਖੀ ਹੋਈ ਰਾਗ ਮਾਲਾ ਹੈ, ਉਹਦੇ ਵਿੱਚ ਮਾਝ ਰਾਗ ਦਾ ਨਾਮ ਦਰਜ ਨਹੀਂ ਹੈ। ਕਿਉਂ? ਇਹਦੇ ਬਾਰੇ ਗੁਰਸਿੱਖ ਵਿਦਵਾਨਾਂ ਦੀ ਇਹ ਇੱਕ ਰਾਏ ਹੈ। ਜਿਵੇਂ ਆਸਾ ਰਾਗ, ਉਹ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੀ ਰਚਨਾ ਅਤੇ ਦੇਣ ਸਮਝੀ ਗਈ ਹੈ। ਉਸੇ ਤਰ੍ਹਾਂ ਮਾਝ ਰਾਗ ਵੀ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੀ ਸੁਤੰਤਰ ਰਚਨਾ ਹੈ। ਜਿੱਥੋਂ ਤੱਕ ਮਾਝ ਇਸ ਸ਼ਬਦ ਦਾ ਸੰਬੰਧ ਹੈ, ਪੰਜਾਬ ਦਾ ਜੋ ਮੱਧ ਦਾ ਇਲਾਕਾ ਹੈ, ਉਸ ਨੂੰ ਮਾਝਾ ਆਖਿਆ ਜਾਂਦਾ ਹੈ, ਜਿਸ ਦੇ ਅੰਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਸਿਫਤੀ ਦਾ ਘਰ ਤੇ ਕੁਝ ਲਾਹੌਰ ਦਾ ਇਲਾਕਾ ਆਉਂਦਾ ਹੈ। ਇਹ ਜਿਹੜਾ ਰਾਗ ਹੈ, ਉਸ ਮਾਝੇ ਦੀ ਉਪਜ ਹੈ। ਇਹਦਾ ਕਾਰਨ ਇੱਕ ਇਹ ਵੀ ਹੈ, ਇਸ ਰਾਗ ਦੇ ਅੰਦਰ 3 ਸਤਿਗੁਰੂ ਸਾਹਿਬਾਨ ਦੀ ਬਾਣੀ ਵਿਸ਼ੇਸ਼ ਰੂਪ ਦੇ ਵਿੱਚ ਉਚਾਰਨ ਕੀਤੀ ਮਿਲਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, 3 ਸਤਿਗੁਰੂ ਸਾਹਿਬਾਨ ਦੀ ਬਾਣੀ ਇਸ ਰਾਗ ਦੇ ਵਿੱਚ ਵਧੇਰੇ ਲਿਖੀ ਪ੍ਰਾਪਤ ਹੁੰਦੀ ਹੈ। ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਅਸ਼ਟਪਦੀ, ਇੱਕ ਸ਼ਬਦ ਵੀ ਇਸ ਵਿੱਚ ਆਇਆ ਹੈ। ਕਿਸੇ ਰਾਗ ਮਾਲਾ ਦੇ ਵਿੱਚ ਇਸ ਰਾਗ ਦਾ ਜ਼ਿਕਰ ਨਾ ਆਉਣ ਕਰਕੇ ਗੁਰਸਿੱਖ ਵਿਦਵਾਨਾਂ ਨੇ ਇਹ ਨਿਰਣਾ ਕੀਤਾ ਹੈ, ਇਹ ਰਾਗ ਵੀ ਸਤਿਗੁਰੂ ਮਹਾਰਾਜ ਦੀ ਆਪਣੀ ਰਚਨਾ ਹੈ। ਪੁਰਾਣੇ ਸਮੇਂ ਦੇ ਵਿੱਚ ਇੱਕ ਉਹ ਦੇਸੀ ਰਾਗ ਵੀ ਹੁੰਦੇ ਸਨ, ਜਿਨ੍ਹਾਂ ਦਾ ਕਿਸੇ ਖਾਸ ਇਲਾਕੇ ਦੇ ਨਾਲ ਹੀ ਸੰਬੰਧ ਹੁੰਦਾ ਸੀ, ਪਰ ਉਹਨਾਂ ਦਾ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਰਾਗ ਮਾਲਾਵਾਂ ਹੁੰਦੀਆਂ, ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਦਰਜ ਨਹੀਂ ਸੀ ਹੋ ਸਕਦਾ। ਇਸ ਲਈ ਉਹਨਾਂ ਨੂੰ ਇਲਾਕਾਈ ਹੀ ਰਾਗ ਆਖਿਆ ਜਾਂਦਾ ਸੀ। ਹੋ ਸਕਦਾ ਹੈ ਮਾਝ ਰਾਗ ਵੀ ਮਾਝੇ ਦੇ ਵਿੱਚ ਹੀ ਗਾਇਆ ਜਾਂਦਾ ਸੀ, ਇਸ ਲਈ ਇਸ ਨੂੰ ਮਾਝ ਰਾਗ ਦਾ ਨਾਮ ਦੇ ਦਿੱਤਾ ਗਿਆ ਹੈ। ਇੱਕ ਹੋਰ ਵੀ ਖਿਆਲ ਮਿਲਦਾ ਹੈ, ਪੁਰਾਣੇ ਸਮੇਂ ਦੇ ਅੰਦਰ ਮਾਲਵੇ ਦੇ ਅੰਦਰ ਵੀ ਪੰਜਾਬ ਦੀ ਧਰਤੀ ਤੇ ਕੁਝ ਲੋਕ ਮਾਝਾਂ ਗਾਉਂਦੇ ਸਨ, ਉਹਦਾ ਨਾਮ ਮਾਝਾਂ ਸਨ, ਪਰ ਇਹ ਰਾਗ ਮਾਝ ਹੈ। ਹੋ ਸਕਦਾ ਹੈ ਉਹਨਾਂ ਮਾਝਾਂ ਦੇ ਸੁਰਤਾਲ ਦੇ ਨਾਲ ਇਸ ਰਾਗ ਦਾ ਕੁਝ ਸੰਬੰਧ ਹੋਵੇ। ਸੋ ਰਹੁ ਵਿਚਾਰ, ਇਸ ਬਾਰੇ ਗੁਰਸਿੱਖ ਵਿਦਵਾਨਾਂ ਨੇ ਖੋਜ ਤਾਂ ਕੀਤੀ ਹੈ, ਪਰ ਇਸ ਦੇ ਬਾਰੇ ਸੰਪੂਰਨ ਰੂਪ ਦੇ ਵਿੱਚ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਰਾਗ ਮਾਝ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਰਾਗ ਮਾਝ ਹੈ। 4 ਪਦਿਆਂ ਵਾਲੇ ਸ਼ਬਦ ਅੱਗੇ ਆਰੰਭ ਹੋ ਰਹੇ ਹਨ। ਘਰ ਪਹਿਲਾ
ਪਹਿਲੇ ਕਾਰ ਸੁਰ ਤਾਲ ਦੇ ਵਿੱਚ ਸਤਿਗੁਰੂ ਨੇ ਇਸ ਨੂੰ ਗਾਵਿਆ ਹੈ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਆਰੰਭ ਦੇ ਵਿੱਚ 7 ਸ਼ਬਦ ਆਏ ਹਨ। ਹਜ਼ੂਰ ਆਰੰਭ ਦੇ ਵਿੱਚ ਮੰਗਲਾਚਰਨ ਲਿਖਦੇ ਹਨ। ਇੱਕ ਓੰਕਾਰ ਸਤਨਾਮ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਨਾਮ ਪ੍ਰਸਿੱਧ, ਕਰਤਾ ਪੁਰਖ। ਉਹ ਸਿਰਜਣਹਾਰ ਹੈ ਤੇ ਸਰਵ ਵਿਆਪਕ ਹੈ। ਨਿਰਭਉ ਨਿਰਵੈਰ। ਉਹ ਵਾਹਿਗੁਰੂ ਨਾ ਕਿਸੇ ਤੋਂ ਡਰਦਾ ਹੈ, ਨਾ ਕਿਸੇ ਨੂੰ ਡਰਾਉਂਦਾ ਹੈ, ਤੇ ਫਿਰ ਉਹ ਨਿਰਵੈਰ ਹੈ, ਵੈਰ ਤੋਂ ਰਹਿਤ ਹੈ। ਅਕਾਲ ਮੂਰਤ। ਉਸ ਵਾਹਿਗੁਰੂ ਪਰਮੇਸ਼ਰ ਦੀ ਹਸਤੀ, ਮੂਰਤ ਦਾ ਅਰਥ ਹੈ ਹਸਤੀ। ਉਸ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ, ਉਸ ਦੀ ਆਕ੍ਰਿਤੀ ਅਕਾਲ, ਕਾਲ ਤੋਂ ਰਹਿਤ ਹੈ। ਅਜੂਨੀ। ਉਹ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਮਨੁੱਖ ਵੀ ਇੱਕ ਜੂਨ ਹੈ। ਕਈ ਲੋਕ ਕਈ ਅਵਤਾਰਾਂ ਨੂੰ ਵੀ ਰੱਬ ਮੰਨਦੇ ਹਨ, ਪਰ ਸਤਿਗੁਰੂ ਨੇ ਇਸ ਗੱਲ ਦਾ ਨਿਰਣਾ ਕਰ ਦਿੱਤਾ। ਉਹ ਵਾਹਿਗੁਰੂ ਅਜੂਨੀ ਹੈ। ਉਹ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਸਹਿਪੰ। ਉਹ ਸੁਤੇ ਪ੍ਰਕਾਸ਼ ਰੂਪ ਹੈ। ਗੁਰ ਪ੍ਰਸਾਦ। ਉਹ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ। ਭਾਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਪਹਿਲਾਂ ਗੁਰੂ ਦੀ ਸ਼ਰਨ, ਗੁਰੂ ਦੀ ਸਿੱਖੀ ਤੇ ਗੁਰੂ ਦੀ ਸਿੱਖਿਆ ਤੇ ਅਮਲ ਕਰਨਾ ਜ਼ਰੂਰੀ ਹੈ। ਜਿਹੜਾ ਗੁਰੂ ਦੀ ਸਿੱਖੀ ਨੂੰ ਧਾਰ ਕੇ ਗੁਰੂ ਦੀ ਸਿੱਖਿਆ ਤੇ ਅਮਲ ਕਰਦਾ ਹੈ, ਉਸ ਉੱਤੇ ਸਤਿਗੁਰੂ ਦੀ ਰਹਿਮਤ ਹੁੰਦੀ ਹੈ ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪਾਵਨ ਪਵਿੱਤਰ ਉਪਦੇਸ਼ ਆਰੰਭ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਮਾਝ ਚੌਪ ਦੇ ਘਰ ਪਹਿਲਾ ਮਹਲਾ ਚੌਥਾ। ਇੱਕ ਓੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਰ ਹਰ ਨਾਮ ਮੈਂ ਹਰ ਮਨ ਭਾਇਆ। ਵਡ ਭਾਗੀ ਹਰ ਨਾਮ ਧਿਆਇਆ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਗੁਰਮੁਖੋ, ਹਰ ਹਰ ਨਾਮ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੈਂ ਹਰਮਨ ਪਾਇਆ। ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਾਡੇ ਮਨ ਦੇ ਵਿੱਚ ਪਾਇਆ ਹੈ। ਇਹਦਾ ਮਤਲਬ ਇਹ ਹੈ, ਸਾਡਾ ਦੋ ਚੀਜ਼ਾਂ ਦੇ ਨਾਲ ਪਿਆਰ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਤੇ ਦੂਸਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ। ਕਿਉਂ? ਨਾਮ ਦੁਆਰਾ ਨਾਮੀ ਦੀ ਪ੍ਰਾਪਤੀ ਹੁੰਦੀ ਹੈ। ਦੂਸਰਾ ਨਾਮ ਤੇ ਨਾਮੀ ਦੋਵੇਂ ਹੀ ਅਭੇਦ ਨੇ। ਇਸੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੇ ਉਹ ਅਕਾਲ ਪੁਰਖ ਵਾਹਿਗੁਰੂ ਮਨ ਦੇ ਵਿੱਚ ਪਾਇਆ ਹੈ। ਵਡ ਭਾਗੀ ਹਰ ਨਾਮ ਤੇ ਆਇਆ। ਹਾਂ, ਵੱਡਿਆਂ ਭਾਗਾਂ ਦਾ ਸਦਕਾ ਅਸਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਕਿਉਂਕਿ ਜਿਸ ਮਨੁੱਖ ਦੇ ਕੋਈ ਪਿਛਲੇ ਜਨਮਾਂ ਦੇ ਵਿੱਚ ਪੁੰਨ ਕਰਮ ਨਹੀਂ ਕੀਤੇ ਹੁੰਦੇ, ਉਹ ਸਤਸੰਗਤ ਵਿੱਚ ਹੀ ਨਹੀਂ ਆ ਸਕਦਾ। ਕਿਉਂਕਿ ਸਤਿਗੁਰੂ ਦੇ ਬਚਨ ਨੇ,
ਵਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪਰਮ ਚੋਟਾਂ ਖਾਵੈ ਹੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜੇ ਹੁਣ ਵੱਡਿਆਂ ਭਾਗਾਂ ਤੋਂ ਬਿਨਾਂ ਸਤ ਸੰਗਤ ਹੀ ਨਹੀਂ ਤੇ ਫਿਰ ਵਾਹਿਗੁਰੂ ਦਾ ਨਾਮ ਕਿਵੇਂ ਪ੍ਰਾਪਤ ਹੋਵੇਗਾ? ਜੇ ਨਾਮ ਪ੍ਰਾਪਤ ਹੀ ਨਾ ਹੋਇਆ ਤੇ ਉਸ ਨੂੰ ਜਪਿਆ ਤੇ ਧਿਆਇਆ ਕਿਵੇਂ ਜਾਵੇਗਾ? ਨਹੀਂ ਧਿਆਇਆ ਜਾ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੱਡ ਭਾਗੀ ਹਰ ਨਾਮ ਤੇ ਆਇਆ। ਬਈ ਵੱਡਿਆਂ ਭਾਗਾਂ ਦਾ ਸਦਕਾ ਹੀ ਅਸਾਂ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਗੁਰਪੁਰੈ ਹਰ ਨਾਮ ਸਿਧ ਪਾਈ, ਕੋ ਵਿਰਲਾ ਗੁਰਮਤ ਚੱਲੈ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਗੁਰਪੂਰੈ ਹਰ ਨਾਮ ਸਿਧ ਪਾਈ। ਅਸਾਂ ਪੂਰੇ ਗੁਰੂ ਦੀ ਕਿਰਪਾ ਦੁਆਰਾ ਇਸ ਵਾਹਿਗੁਰੂ ਦੇ ਨਾਮ ਦੀ ਜਿਹੜੀ ਸਿੱਧੀ ਦਾ ਅਰਥ ਹੈ, ਜਿਹੜੀ ਮਹਾਨ ਕਰਾਮਾਤ ਹੈ, ਇਹਨੂੰ ਅਸਾਂ ਪ੍ਰਾਪਤ ਕੀਤਾ ਹੈ। ਕਿਉਂਕਿ ਗੁਰੂ ਘਰ ਦੇ ਅੰਦਰ ਹੋਰ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਮੁਕਾਬਲੇ ਤੇ ਨਾਮ ਦੀ ਸਭ ਤੋਂ ਵੱਡੀ ਸ਼ਕਤੀ ਮੰਨੀ ਹੈ। ਜਦੋਂ ਆਪਾਂ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚੋਂ ਸਾਨੂੰ ਅਜਿਹੇ ਸਿਧਾਂਤ ਪ੍ਰਾਪਤ ਹੁੰਦੇ ਹਨ। ਵਿਣ ਨਾਵੈ ਪਹਿਨਨ ਖਾਨ ਸਾਹਿਬ ਬਾਦ ਹੈ, ਤੈਗ ਸਿੱਧੀ ਤੈਗ ਕਰਮਾਤ। ਤੇ ਹਜ਼ੂਰ ਨੇ ਇਹ ਵੀ ਲਿਖਿਆ ਹੈ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਅਸਲੀ ਕਰਾਮਾਤ, ਅਸਲੀ ਬਖਸ਼ਿਸ਼ ਉਹ ਹੈ ਜੋ ਸਾਹਿਬ ਦੀ ਪ੍ਰਸੰਨਤਾ ਨਾਲ ਮਿਲਦੀ ਹੈ। ਸਭ ਤੋਂ ਵੱਡੀ ਦਾਤ ਪਰਮੇਸ਼ਰ ਦੇ ਨਾਮ ਦੀ ਹੈ, ਜੋ ਉਸ ਦੀ ਕਿਰਪਾ ਦੇ ਨਾਲ ਮਿਲਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਸਿਧਾਂਤ ਨੂੰ ਸਪਸ਼ਟ ਕੀਤਾ ਹੈ। ਜਦੋਂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ ਤੇ ਗਏ ਤਾਂ ਸਿੱਧਾ ਨੇ ਸਵਾਲ ਕੀਤਾ ਸੀ, ਸਦ ਪੁੱਛਣ ਸੁਣ ਵਾਲਿਆ, ਕੌਣ ਸ਼ਕਤ ਤੋਂ ਇੱਥੇ ਲਿਆਈ? ਵੀ ਤੁਸੀਂ ਕਿਹੜੀ ਸ਼ਕਤੀ ਦੇ ਆਸਰੇ ਇੱਥੇ ਆਏ ਹੋ? ਨਾ ਇੱਥੇ ਪੌਣ ਪਾਣੀ ਕਿਸੇ ਨੂੰ ਇੰਨਾ ਮੁਆਫਕ ਆ ਸਕਦਾ ਹੈ। ਬਿਨਾਂ ਯੋਗ ਸਾਧਨ ਤਪੱਸਿਆ ਕੀਤਿਆਂ ਇੱਥੇ ਆਉਣਾ ਬੜਾ ਮੁਸ਼ਕਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਸੀ, ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਆ ਸਾਡੇ ਨਹੀਂ। ਐ ਸਿੱਧ ਲੋਕੋ, ਗੁਰੂ ਘਰ ਦੇ ਵਿੱਚ ਕੇਵਲ ਨਾਮ ਦੀ ਹੀ ਸਭ ਤੋਂ ਵੱਡੀ ਅਜ਼ਮਤ ਹੈ, ਨਾਮ ਦੀ ਹੀ ਸਭ ਤੋਂ ਵੱਡੀ ਕਰਾਮਾਤ ਹੈ, ਨਾਮ ਦੀ ਹੀ ਸਭ ਤੋਂ ਵੱਡੀ ਗੈਬੀ ਸ਼ਕਤੀ ਮੰਨੀ ਗਈ ਹੈ। ਇਸੇ ਲਈ ਹਜ਼ੂਰ ਕਹਿੰਦੇ, ਗੁਰ ਪੂਰੈ ਹਰ ਨਾਮ ਸਿੱਧ ਪਾਈ। ਅਸਾਂ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਜਿਹੜੀ ਨਾਮ ਦੀ ਸਭ ਤੋਂ ਵੱਡੀ ਅਜ਼ਮਤ ਹੈ, ਸਭ ਤੋਂ ਵੱਡੀ ਨਾਮ ਦੀ ਕਰਾਮਾਤ ਹੈ, ਇਹ ਅਸਾਂ ਪ੍ਰਾਪਤ ਕੀਤੀ ਹੈ। ਕੋ ਵਿਰਲਾ ਗੁਰਮਤਿ ਚੱਲੈ ਜੀਓ, ਹੈ ਪਿਆਰੇ ਜੀਓ, ਕੋਈ ਵਿਰਲਾ ਹੀ ਗੁਰਸਿੱਖ ਮਾਈ ਭਾਈ ਗੁਰਮਤਿ ਦੇ ਰਸਤੇ ਤੇ ਚੱਲਦਾ ਹੈ। ਮੈਂ ਹਰ ਹਰ ਖਰਚ ਲਿਆ ਬਨ ਪੱਲੇ, ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਖਰਚ ਆਪਣੇ ਪੱਲੇ ਬੰਨ ਲਿਆ ਹੈ। ਕਿਉਂਕਿ ਵਾਹਿਗੁਰੂ ਦਾ ਨਾਮ ਇੱਕ ਐਸਾ ਖਰਚ ਹੈ, ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਿੱਥੇ ਹੋਰ ਕੋਈ ਵੀ ਵਸਤੂ ਨਾਲ ਨਹੀਂ ਜਾਂਦੀ ਤੇ ਵਾਹਿਗੁਰੂ ਦਾ ਨਾਮ ਉੱਥੇ ਵੀ ਨਾਲ ਜਾਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਮੈਂ ਤੇ ਉਸ ਵਾਹਿਗੁਰੂ ਦੇ ਨਾਮ ਦਾ ਖਰਚ ਆਪਣੇ ਪੱਲੇ ਬੰਨ ਲਿਆ ਹੈ। ਭਾਵ ਆਪਣੇ ਬੁੱਧੀ ਰੂਪੀ ਪੱਲੇ ਦੇ ਅੰਦਰ ਨਿਸ਼ਚੇ ਦੀ ਗੰਢ ਦੇ ਕੇ ਇਸ ਨੂੰ ਬੰਨ ਲਿਆ ਹੈ। ਗੁਰਪੂਰੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ। ਹਜ਼ੂਰ ਕਹਿੰਦੇ ਉਹ ਮੇਰਾ ਪ੍ਰਭੂ ਦਾ ਨਾਮ ਪ੍ਰਾਣਾਂ ਦਾ ਸਖਾਈ ਮਿੱਤਰ ਵੀ ਹੈ। ਭਾਵ ਮੈਂ ਸਵਾਸ ਸਵਾਸ ਉਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
ਉਹ ਮੇਰੇ ਪ੍ਰਾਣਾਂ ਦਾ ਵੀ ਸਹਾਈ ਹੈ ਤੇ ਸਦਾ ਨਾਲ ਚੱਲੇ। ਉਹ ਹਮੇਸ਼ਾ ਲਈ ਮੇਰੇ ਨਾਲ ਚੱਲੇਗਾ। ਜਿੱਥੇ ਵੀ ਅਸੀਂ ਜਾਂਦੇ ਹਾਂ ਉਹ ਨਾਮ ਸਾਡੇ ਨਾਲ ਜਾਵੇਗਾ। ਗੁਰਪੂਰੈ ਹਰ ਨਾਮ ਦਿੜਾਇਆ, ਹਰ ਨਿਹਚਲ ਹਰ ਤਨ ਪੱਲੇ ਜੀਓ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਪੂਰੇ ਗੁਰੂ ਨੇ ਕਿਰਪਾ ਕੀਤੀ, ਸਾਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ। ਹਰ ਨਿਹਚਲ ਹਰ ਤਨ ਪੱਲੇ ਜੀਓ। ਇਹ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਅਚਲ ਧਨ ਹੈ, ਇਹਨੂੰ ਅਸਾਂ ਆਪਣੇ ਹਿਰਦੇ ਰੂਪੀ ਪੱਲੇ ਵਿੱਚ ਬੰਨ ਲਿਆ ਹੈ ਪਿਆਰੇ ਜੀਓ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੀ ਜੋ ਇਕਾਂਕਸ਼ਾ ਹੈ, ਤੜਪ ਹੈ, ਉਸ ਨੂੰ ਪ੍ਰਗਟਾ ਰਹੇ ਹਨ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡਾ ਸੱਜਣ ਸੁਹਿਰਦ ਮਿੱਤਰ ਹੈ, ਪ੍ਰੀਤਮ ਪਰਮ ਪ੍ਰੇਮ ਦਾ ਅਸਪਦ ਰੂਪ ਹੈ ਤੇ ਰਾਇਆ ਪਾਤਸ਼ਾਹ ਹੈ। ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ। ਕੋਈ ਹੈ ਇਹੋ ਜਿਹਾ ਵਿਚੋਲਾ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਲਿਆ ਕੇ ਮਿਲਾ ਦੇਵੇ ਤੇ ਮੇਰੇ ਪ੍ਰਾਣ ਜੀਵਾਇਆ, ਤੇ ਮੇਰੇ ਪ੍ਰਾਣਾਂ ਨੂੰ ਵੀ ਜੀਵਾਇਆ ਦਾ ਅਰਥ ਉਹ ਜੀਵਾਲ ਦੇਵੇ। ਕਿਉਂਕਿ ਜਦੋਂ ਕਿਸੇ ਨੂੰ ਅਤੀ ਪਿਆਰਾ ਵਿਛੜਿਆ ਹੋਇਆ ਮਿਲ ਜਾਂਦਾ ਹੈ, ਉਹ ਕਹਿੰਦਾ ਹੁਣ ਮੇਰੀ ਜਾਨ ਵਿੱਚ ਜਾਨ ਪੈ ਗਈ। ਇਸ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਪਿਆਰਾ ਪਾਤਸ਼ਾਹ ਸਾਥੋਂ ਵਿਛੜਿਆ ਹੋਇਆ ਹੈ। ਕੋਈ ਹੈ ਇਹੋ ਜਿਹਾ ਮਹਾਂਪੁਰਖ ਜਿਹੜਾ ਉਸ ਨੂੰ ਲਿਆ ਕੇ ਮਿਲਾ ਦੇਵੇ ਤੇ ਸਾਨੂੰ ਨਵਾਂ ਜੀਵਨ ਪ੍ਰਦਾਨ ਕਰ ਦੇਵੇ। ਹਉ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੀ ਵੈਰਾਗ ਦੀ ਅਵਸਥਾ ਬਿਆਨ ਕਰਦੇ ਹਨ। ਹਉ ਰਹਿ ਨ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ। ਹਾਜ਼ੂਰ ਕਹਿੰਦੇ ਨੇ ਮੈਂ ਉਸ ਪਿਆਰੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੂੰ ਦੇਖੇ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ, ਕਿਉਂਕਿ ਮੇਰਾ ਉਸ ਦੇ ਨਾਲ ਇੰਨਾ ਹੀ ਪਿਆਰ ਹੈ। ਤਿਆਕਤ ਜਲੰਗ ਨਾ ਜੀਵ ਮੀਨੰਗ ਨਾ ਤਿਆਗ ਚਾਤਰਖ ਮੇਘ ਮੰਡਲ ਹੈ, ਬਾਣ ਬੇਧੰਚ ਕੁਰੰਕ ਨਾਦਾ ਅਲਬੰਧਨ ਕੁਸਮ ਬਸਨ ਹੈ। ਜਿਵੇਂ ਮੱਛੀ ਪਾਣੀ ਨੂੰ ਛੱਡ ਕੇ ਜਿਉਂਦੀ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਚਾਤਰਕ ਮੇਘ ਮੰਡਲ ਨੂੰ ਛੱਡ ਕੇ ਉਹ ਵੀ ਕਦੇ ਜਿਉਂਦਾ ਨਹੀਂ ਰਹਿ ਸਕਦਾ। ਹਰਨ ਕੰਡਾ ਹੇੜੇ ਦੇ ਸ਼ਬਦ ਦਾ ਵਿਨਿਆ ਹੋਇਆ, ਉਹ ਵੀ ਉਸ ਦਾ ਮੋਹ ਨਹੀਂ ਛੱਡ ਸਕਦਾ। ਤੇ ਜਿਹੜਾ ਭੌਰਾ ਹੈ, ਚਾਹੇ ਫੁੱਲ ਵਿੱਚ ਕੈਦੀ ਵੀ ਹੋ ਜਾਵੇ, ਪਰ ਉਹ ਫੁੱਲ ਦੀ ਸੁਗੰਧੀ ਦਾ ਸਨੇਹ ਨਹੀਂ ਤਿਆਗ ਸਕਦਾ। ਇਸੇ ਤਰ੍ਹਾਂ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ। ਮੈਂ ਉਸ ਪਿਆਰੇ ਪ੍ਰਭੂ ਦੇ ਦਰਸ਼ਨ ਕੀਤੇ ਬਗੈਰ ਰਹਿ ਨਹੀਂ ਸਕਦਾ। ਮੈਂ ਨੀਰ ਵਹੇ ਵਹਿ ਚੱਲੇ ਜੀਓ। ਉਸ ਵਾਹਿਗੁਰੂ ਪਰਮੇਸ਼ਰ ਦੇ ਵਿਛੋੜੇ ਵਿੱਚ ਤੇ ਉਹਦੇ ਪ੍ਰੇਮ ਦੇ ਵਿੱਚ ਮੇਰੇ ਨੇਤਰਾਂ ਦੇ ਵਿੱਚੋਂ ਹਰ ਵੇਲੇ ਜਿਹੜਾ ਨੀਰ ਹੈ, ਨੀਰ ਦਾ ਅਰਥ ਹੈ ਪਾਣੀ, ਉਹ ਵੈਰਾਗ ਤੇ ਪ੍ਰੇਮ ਦਾ ਜਲ ਹਮੇਸ਼ਾ ਲਈ ਇਕਸਾਰ ਹੀ ਚੱਲਦਾ ਰਹਿੰਦਾ ਹੈ ਪਿਆਰੇ ਜੀਓ। ਵਹੇ ਵਹਿ ਦਾ ਅਰਥ ਵੀ ਇੱਕ ਵਾਰੀ ਜਦੋਂ ਵਹਿਣਾ ਸ਼ੁਰੂ ਹੋ ਜਾਵੇ ਫਿਰ ਲਗਾਤਾਰ ਵਹਿੰਦਾ ਹੀ ਜਾਂਦਾ ਹੈ, ਫਿਰ ਰੁਕਦਾ ਨਹੀਂ। ਕੁਦਰਤੀ ਗੱਲ ਹੈ, ਕਈਆਂ ਦੇ ਮਨ ਦੇ ਵਿੱਚ ਵੈਰਾਗ ਹੀ ਇੰਨਾ ਪ੍ਰਬਲ ਹੁੰਦਾ ਹੈ, ਜਦੋਂ ਵੈਰਾਗ ਦੀ ਕਾਂਗ ਉੱਠਦੀ ਹੈ ਤੇ ਇੱਕ ਵਾਰੀ ਨੇਤਰਾਂ ਵਿੱਚੋਂ ਜਲ ਵਗਣਾ ਸ਼ੁਰੂ ਹੋ ਜਾਵੇ ਫਿਰ ਰੁਕਦਾ ਹੀ ਨਹੀਂ। ਇਸ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਜ਼ਿਆਦਾ ਵੈਰਾਗੀ ਹਾਲਤ ਵਿੱਚ ਹੀ ਰਹਿੰਦੇ ਸਨ। ਇਸੇ ਲਈ ਹਜ਼ੂਰ ਕਹਿੰਦੇ ਨੇ ਬਈ ਮੇਰੇ ਨੇਤਰਾਂ ਵਿੱਚੋਂ ਪਾਣੀ ਇੱਕ ਰਸ ਲਗਾਤਾਰ ਵਹਿੰਦਾ ਹੀ ਵਹਿੰਦਾ ਜਾਂਦਾ ਹੈ। ਇਹ ਪਿਆਰੇ ਜੀਓ, ਸਤਿਗੁਰ ਮਿੱਤਰ ਮੇਰਾ ਬਾਲ ਸਖਾਏ, ਹਉ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਮਿਲਾਪ ਕਿਵੇਂ ਹੋਇਆ। ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਵੀ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹ ਸਾਡੇ ਬਾਲ ਸਿਖਾਈ ਮਿੱਤਰ ਸਨ। ਇਹ ਜਿਹੜਾ ਸ਼ਬਦ ਹੈ ਇੱਥੋਂ ਇਸ ਗੱਲ ਦਾ ਸੰਕੇਤ ਮਿਲ ਰਿਹਾ ਹੈ
ਬਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਛੋਟੀ ਬਾਲ ਅਵਸਥਾ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਏ। ਜਿਵੇਂ ਕਿ ਇਤਿਹਾਸ ਤੋਂ ਵੀ ਪਤਾ ਲੱਗਦਾ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਪਿਤਾ ਛੋਟੀ ਉਮਰੇ ਅਕਾਲ ਚਲਾਣਾ ਕਰ ਗਏ। ਘਰ ਦੀ ਜ਼ਿੰਮੇਦਾਰੀ ਸਾਰੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਿਰ ਤੇ ਆ ਪਈ। ਸਤਿਗੁਰੂ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਹੁਣ ਉੱਥੇ ਚੂਨਾ ਮੰਡੀ ਲਾਹੌਰ ਦੇ ਵਿੱਚ ਘੁੰਗਣੀਆਂ ਦੀ ਛਾਬੜੀ ਲਾ ਕੇ ਵੇਚਣ ਲੱਗ ਪਏ। ਕੁਛ ਵਾਟਕ ਹੁੰਦੀ, ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਸ ਕੰਮਕਾਰ ਵੱਲ ਜ਼ਿਆਦਾ ਧਿਆਨ ਨਾ ਲੱਗ ਸਕਿਆ। ਇੱਕ ਦਿਨ ਗੁਰੂ ਦੀ ਸੰਗਤ ਆਈ ਔਰ ਉਹਨਾਂ ਵਿੱਚੋਂ ਇੱਕ ਗੁਰਸਿੱਖ ਨੇ ਆ ਕੇ ਭਾਈ ਜੇਠਾ ਜੀ ਨੂੰ ਆਖਿਆ ਬਈ ਮੈਨੂੰ ਕੁਛ ਛਕਣ ਵਾਸਤੇ ਦਿਓ। ਤਾਂ ਉਹਨਾਂ ਨੇ ਇੱਕ ਬੁੱਕ ਭਰ ਕੇ ਘੁੰਗਣੀਆਂ ਦਾ, ਉਬਾਲੇ ਹੋਏ ਛੋਲਿਆਂ ਨੂੰ ਘੁੰਗਣੀਆਂ ਕਹਿੰਦੇ ਨੇ, ਤੇ ਉਹਨੇ ਇੱਕ ਬੁੱਕ ਘੁੰਗਣੀਆਂ ਦਾ ਪਾ ਦਿੱਤਾ। ਤੇ ਉਸ ਗੁਰਸਿੱਖ ਨੇ ਆਖਿਆ ਬਈ ਮੇਰੇ ਨਾਲ ਹੋਰ ਵੀ ਸੰਗਤ ਹੈ, ਉਹ ਵੀ ਭੁੱਖੀ, ਉਹਨਾਂ ਨੂੰ ਵੀ ਖਾਣ ਲਈ ਕੁਛ ਦਿਓ। ਤਾਂ ਉਸ ਵੇਲੇ ਉਹਨਾਂ ਨੇ 2 ਬੁੱਕ 3 ਬੁੱਕ ਪਾ ਦਿੱਤੇ। ਉਹ ਕਹਿੰਦਾ ਸੰਗਤ ਬਹੁਤ ਜ਼ਿਆਦਾ ਹੈ, ਤੇ ਸਾਰੀ ਛਾਬੜੀ ਹੀ ਢੇਰੀ ਕਰ ਦਿੱਤੀ। ਤੇ ਫਿਰ ਭਾਈ ਜੇਠੇ ਨੇ ਸੋਚਿਆ ਵੀ ਮੈਂ ਹੁਣ ਘਰ ਜਾ ਕੇ ਵੀ ਕੀ ਕਰਨਾ, ਤੇ ਉੱਥੋਂ ਹੀ ਸੰਗਤ ਦੇ ਨਾਲ ਰਲ ਗਏ ਤੇ ਸ੍ਰੀ ਗੋਇੰਦਵਾਲ ਸਾਹਿਬ ਆਏ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਤੇ ਫਿਰ ਉਹਨਾਂ ਜੋਗੇ ਹੀ ਬਣ ਗਏ। ਇਸੇ ਲਈ ਇੱਥੇ ਸੰਕੇਤ ਮਿਲ ਰਿਹਾ ਹੈ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਵੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਬਾਲ ਸਿਖਾਈ ਮਿੱਤਰ ਸਨ। ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ, ਐ ਮੇਰੀ ਮਾਂ ਐ ਉੱਤਮ ਸਖੀਓ, ਮੈਂ ਉਹ ਸਤਿਗੁਰੂ ਦੇ ਦਰਸ਼ਨ ਦੇਖੇ ਤੋਂ ਬਿਨਾਂ ਰਹਿ ਨਹੀਂ ਸਕਦਾ। ਹਰ ਜੀਓ ਕਿਰਪਾ ਕਰੋ ਗੁਰ ਮੇਲੋ, ਜਨ ਨਾਨਕ ਹਰ ਤਨ ਪੱਲੇ ਜੀਓ। ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀਓ ਤੁਸੀਂ ਕਿਰਪਾ ਕਰੋ, ਐਸੇ ਬਾਲ ਸਿਖਾਏ ਮਿੱਤਰ ਸਾਨੂੰ ਸਤਿਗੁਰੂ ਦੇ ਨਾਲ ਮੇਲ ਦੇਵੋ, ਜਨ ਨਾਨਕ ਹਰ ਤਨ ਪੱਲੇ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ ਇਹ ਵਾਹਿਗੁਰੂ ਦਾ ਨਾਮ ਰੂਪੀ ਧਨ ਸਾਨੂੰ ਪੱਲੇ ਵਿੱਚ ਪ੍ਰਾਪਤ ਹੋਇਆ ਹੈ, ਤੇ ਹੁਣ ਸਤਿਗੁਰੂ ਦੇ ਮਿਲਣ ਦੀ ਤਾਂਘ ਬਣੀ ਰਹਿੰਦੀ ਹੈ। ਹੋ ਸਕਦਾ ਹੈ ਵੀ ਕੁਝ ਸਮਾਂ ਗੁਰੂ ਮਹਾਰਾਜ ਦੇ ਪਾਸ ਰਹਿ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਵਾਪਸ ਚਲੇ ਗਏ ਹੋਣ, ਤੇ ਉੱਥੇ ਜਾ ਕੇ ਐਸੀ ਵੈਰਾਗ ਤੇ ਪ੍ਰੇਮ ਦੇ ਵਿੱਚ ਜੋ ਸ਼ਬਦ ਉਚਾਰਨ ਕੀਤੇ, ਉਹਨਾਂ ਨੂੰ ਇੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਕਿਤ ਕੀਤਾ ਹੈ। ਮਾਝ ਮਹੱਲਾ ਚੌਥਾ। ਮਧਸੂਦਨ ਮੇਰੇ ਮਨ ਤਨ ਪ੍ਰਾਨਾ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਸ਼ਬਦ ਵਿੱਚ ਤੇ ਫਿਰ ਉਸੇ ਹੀ ਪ੍ਰਕਰਨ ਨੂੰ, ਉਸੇ ਹੀ ਵਿਸ਼ੇ ਨੂੰ ਲੈ ਕੇ ਇਹ ਦੂਸਰਾ ਸ਼ਬਦ ਉਚਾਰਨ ਕਰ ਰਹੇ ਹਨ। ਮਧਸੂਦਨ ਮੇਰੇ ਮਨ ਤਨ ਪ੍ਰਾਨਾ। ਮਧਸੂਦਨ ਦਾ ਅਰਥ ਹੈ ਮਧੂ ਦੈਂਤ ਨੂੰ ਕੱਟਣ ਵਾਲਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਕਹਿੰਦੇ ਨੇ ਜਦੋਂ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਤਾਂ ਉਸ ਵੇਲੇ 2 ਦੈਂਤ ਸਨ, ਮਧੂ ਤੇ ਕੈਟਬ, ਔਰ ਇਹਨਾਂ ਨੂੰ ਪਰਮੇਸ਼ਰ ਨੇ ਪੈਦਾ ਕੀਤਾ। ਤੇ ਫਿਰ ਇਹਨਾਂ ਦਾ ਕਹਿੰਦੇ ਨੇ ਬ੍ਰਹਮਾ ਦੇ ਨਾਲ ਜੰਗ ਹੋਇਆ, ਕਿਉਂਕਿ ਬ੍ਰਹਮਾ ਸ੍ਰਿਸ਼ਟੀ ਦਾ ਕਰਤਾ ਸੀ। ਲਗਾਤਾਰ ਕਈ ਸਾਲ ਜੰਗ ਚੱਲਦਾ ਰਿਹਾ, ਤੇ ਫਿਰ ਨਾ ਤੇ ਬ੍ਰਹਮਾ ਮਰ ਸਕਿਆ ਕਿਉਂਕਿ ਉਹ ਵੀ ਇੱਕ ਦੇਵਤਾ ਸੀ, ਸ਼ਕਤੀ ਵਾਲਾ ਸੀ, ਤੇ ਨਾ ਹੀ ਇਹ ਮਰਨ। ਤੇ ਫਿਰ ਆਖਿਰ ਬ੍ਰਹਮਾ ਨੇ ਪਰਮੇਸ਼ਰ ਨੂੰ ਯਾਦ ਕੀਤਾ ਤੇ ਉਹਨੇ ਉਹਨਾਂ ਦੈਂਤਾਂ ਨੂੰ ਮਾਰਿਆ ਸੀ। ਇਸ ਤਰ੍ਹਾਂ ਮਧਸੂਦਨ ਇਸ ਤਰ੍ਹਾਂ ਨਾਮ ਪਿਆ ਹੈ। ਲੋ ਹੁਣ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਧਸੂਦਨ ਮੇਰੇ ਮਨ ਤਨ ਪ੍ਰਾਨਾ। ਉਹ ਮਧੂ ਦੈਂਤ ਨੂੰ ਕੱਟਣ ਵਾਲੇ ਅਥਵਾ ਹੰਕਾਰ ਰੂਪੀ ਮਧੂ ਦੈਂਤ ਨੂੰ ਕੱਟਣ ਵਾਲਾ ਜੋ ਅਕਾਲ ਪੁਰਖ ਹੈ, ਉਹ ਮੇਰੇ ਮਨ ਤੇ ਤਨ ਤੇ ਪ੍ਰਾਣਾ ਦਾ ਵੀ ਪਿਆਰਾ ਹੈ। ਹਉ ਹਰ ਬਿਨ ਦੂਜਾ ਅਵਰ ਨ ਜਾਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਟਲ ਵਿਸ਼ਵਾਸ ਪ੍ਰਗਟਾਉਂਦਿਆਂ ਹੋਇਆਂ ਫਰਮਾ ਰਹੇ ਹਨ,
ਹਉ ਹਰ ਬਿਨ ਦੂਜਾ ਅਵਰ ਨਾ ਜਾਣਾ। ਬਈ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦੂਜੇ ਨੂੰ ਜਾਣਦਾ ਹੀ ਨਹੀਂ ਹਾਂ। ਕੋਈ ਸੱਜਣ ਸੰਤ ਮਿਲੈ ਵਡ ਭਾਗੀ, ਮੈਂ ਹਰ ਪ੍ਰਭ ਪਿਆਰਾ ਦਸੈ ਜੀਓ। ਕੋਈ ਐਸਾ ਸੱਜਣ, ਕੋਈ ਸਾਡਾ ਸੁਹਿਰਦ ਮਿੱਤਰ, ਕੋਈ ਸੰਤ ਮਹਾਂਪੁਰਖ ਮਿਲ ਜਾਵੇ ਵੱਡਿਆਂ ਭਾਗਾਂ ਦੇ ਨਾਲ, ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ, ਤੇ ਸਾਨੂੰ ਉਸ ਸਰਵ ਸ਼ਕਤੀਮਾਨ ਤੇ ਉਸ ਪਿਆਰੇ ਪ੍ਰਭੂ ਦੇ ਬਾਰੇ ਦੱਸ ਦੇਵੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਕਿੱਥੇ ਹੈ, ਕਿਵੇਂ ਮਿਲ ਸਕਦਾ ਹੈ। ਕੋਈ ਹੈ ਇਹੋ ਜਿਹਾ ਮਹਾਂਪੁਰਖ, ਕੋਈ ਹੈ ਇਹੋ ਜਿਹਾ ਦਰਗਾਹੀ ਵਿਚੋਲਾ ਜਿਹੜਾ ਵੱਡਿਆਂ ਭਾਗਾਂ ਦੇ ਨਾਲ ਸਾਨੂੰ ਮਿਲ ਸਕਦਾ ਹੈ। ਤੇ ਜੇ ਮਿਲ ਜਾਵੇ ਅਸੀਂ ਉਹਦੇ ਕੋਲੋਂ ਇਹ ਪੁੱਛੀਏ ਵੀ ਸਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਿਆਰਾ ਕਿਵੇਂ ਮਿਲ ਸਕਦਾ ਹੈ। ਹਉ ਮਨ ਤਨ ਖੋਜੀ ਭਾਲ ਭਾਲਾਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਾਂ ਪਹਿਲਾਂ ਆਪਣੇ ਮਨ ਨੂੰ ਵੀ ਖੋਜਿਆ ਤੇ ਤਨ ਨੂੰ ਵੀ ਖੋਜਿਆ ਹੈ, ਬਾਹਰ ਵੀ ਭਾਲ ਕੀਤੀ ਤੇ ਭਾਲਾਈ ਆਪਣੇ ਅੰਦਰ ਵੀ ਉਸ ਦੀ ਭਾਲ ਕਰਵਾਈ। ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਐ ਮੇਰੀ ਮਾਂ ਉਤਮ ਸਖੀਓ ਮਹਾਂਪੁਰਖੋ, ਉਹ ਪਿਆਰਾ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਸਾਨੂੰ ਕਿਵੇਂ ਮਿਲ ਸਕਦਾ ਹੈ। ਇਹਦੀ ਤਾਂਘ, ਇਹਦੀ ਤੜਪ ਸਾਡੇ ਮਨ ਦੇ ਵਿੱਚ ਲੱਗੀ ਹੋਈ ਹੈ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਹਿਲਾਂ ਤੇ ਅਸੀਂ ਆਪਣੇ ਤੌਰ ਤੇ ਵਾਹਿਗੁਰੂ ਦੀ ਭਾਲ ਕੀਤੀ, ਹਉ ਮਨ ਤਨ ਖੋਜੀ ਭਾਲ ਭਾਲਾਈ, ਤੇ ਫਿਰ ਪਤਾ ਲੱਗਿਆ ਵੀ ਉਹ ਵਾਹਿਗੁਰੂ ਸਤਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ। ਮਿਲ ਸਤ ਸੰਗਤ ਖੋਜ ਦਸਾਈ, ਫਿਰ ਸਤਸੰਗਤ ਦੇ ਨਾਲ ਮਿਲ ਕੇ। ਸਤਸੰਗਤ ਤੋਂ ਮੁਰਾਦ ਹੈ ਸਤਿਗੁਰੂ ਦੀ ਸੰਗਤ, ਕਿਉਂਕਿ ਸਤਿਗੁਰੂ ਨੇ ਇਸ ਗੱਲ ਦਾ ਨਿਰਣਾ ਵੀ ਕੀਤਾ ਹੈ, ਜੈ ਸਤਿਗੁਰ ਤਹਿ ਸਤਸੰਗਤ ਬਣਾਈ। ਸਤਸੰਗਤ ਜਿੱਥੇ ਸਤਿਗੁਰੂ ਮਹਾਰਾਜ ਆਪ ਬਿਰਾਜਮਾਨ ਹੋਣ ਉਹ ਸਤਸੰਗਤ ਹੈ। ਗੁਰੂ ਦੀ ਸੰਗਤ ਨੂੰ ਸਤਸੰਗਤ ਦਾ ਨਾਮ ਦਿੱਤਾ ਹੈ। ਮਿਲ ਸਤ ਸੰਗਤ ਖੋਜ ਦਸਾਈ, ਅਸੀਂ ਸਤਸੰਗਤ ਗੁਰੂ ਦੀ ਸੰਗਤ ਨਾਲ ਮਿਲ ਕੇ ਉਸ ਵਾਹਿਗੁਰੂ ਦੀ ਖੋਜ ਦਸਾਈ ਦਾ ਅਰਥ ਪੁੱਛਣਾ ਕੀਤੀ, ਤੇ ਫਿਰ ਪਤਾ ਲੱਗਿਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਬਈ ਸੰਗਤ ਦੇ ਵਿੱਚ ਹੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਉਹ ਕਿਵੇਂ ਵਸ ਰਿਹਾ ਹੈ? ਵੀ ਸੰਗਤ ਬੈਕੁੰਠ ਹੈ ਤੇ ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਗੁਰੂ ਸਰੂਪ ਹੋ ਕੇ ਪ੍ਰਤੱਖ ਵਸਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਦੋਂ ਅਸੀਂ ਸਤਸੰਗਤ ਦੇ ਨਾਲ ਮਿਲ ਕੇ ਉਸ ਵਾਹਿਗੁਰੂ ਦੀ ਖੋਜ ਪੁੱਛੀ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਸੰਗਤ ਦੇ ਵਿੱਚ ਵਾਹਿਗੁਰੂ ਆਪ ਸਤਿਗੁਰੂ ਸਰੂਪ ਹੋ ਕੇ ਵਸ ਰਿਹਾ ਹੈ। ਪਿਆਰੇ ਜੀਓ, ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ। ਲਓ ਹੁਣ ਅੱਗੇ ਆਪ ਹੀ ਸਤਿਗੁਰੂ ਸਪਸ਼ਟ ਕਰਦੇ ਹਨ ਵੀ ਮੇਰਾ ਪਿਆਰਾ ਪ੍ਰੀਤਮ, ਮੇਰੇ ਮਨ ਦਾ ਵੀ ਪਿਆਰਾ ਤੇ ਬਾਣੀ ਦਾ ਵੀ ਪਿਆਰਾ ਪ੍ਰੀਤਮ ਸਤਿਗੁਰੂ ਰਖਵਾਲਾ, ਸਾਡੀ ਲੋਕ ਤੇ ਪ੍ਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ ਹੈ। ਹਮ ਬਾਰਿਕ ਦੀਨ ਕਰਹੁ ਪ੍ਰਤਪਾਲਾ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ, ਮਹਾਰਾਜ ਅਸੀਂ ਤੁਹਾਡੇ ਨੰਨੇ ਮੁੰਨੇ ਬਾਲਕ ਹਾਂ ਤੇ ਗਰੀਬ ਹਾਂ, ਕਰੋ ਪ੍ਰਤਪਾਲਾ, ਤੁਸੀਂ ਮਹਾਰਾਜ ਸਾਡੀ ਪਾਲਣਾ ਪੋਸ਼ਣਾ ਕਰਦੇ ਹੋ। ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਗੁਰ ਜਲ ਮਿਲ ਕਮਲ ਵਿਗਸੈ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਤੇ ਮਾਤਾ ਵੀ ਸਤਿਗੁਰੂ ਹੈ, ਪਿਤਾ ਵੀ ਸਤਿਗੁਰੂ ਹੈ, ਤੇ ਮੇਰੇ ਲਈ ਤਾਂ ਸਭ ਕੁਝ ਹੀ ਪੂਰਾ ਸਤਿਗੁਰੂ ਹੈ। ਜਿਉਂ ਜਲ ਮਿਲ ਕਮਲ ਵਿਗਸੈ ਜੀਓ, ਜਿਵੇਂ ਪਾਣੀ ਦੇ ਮਿਲਣ ਕਰਕੇ ਕਮਲ ਦਾ ਫੁੱਲ ਖਿੜ ਜਾਂਦਾ ਹੈ, ਇਸੇ ਤਰ੍ਹਾਂ ਅਸੀਂ ਸਤਿਗੁਰੂ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਜਾਂਦੇ ਹਾਂ। ਸਤਿਗੁਰੂ ਦੇ ਦੀਦਾਰ ਕਰਕੇ ਸਾਡਾ ਮਨ ਵੀ ਤੇ ਤਨ ਵੀ ਖਿੜ ਜਾਂਦਾ ਹੈ। ਪਿਆਰੇ ਜੀਓ, ਮੈਂ ਬਿਨ ਗੁਰ ਦੇਖੈ ਨੀਂਦ ਨਾ ਆਵੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਛੋਟੇ ਹੁੰਦਿਆਂ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ, ਪਹਿਲਾਂ ਵੀ ਵਿਚਾਰ ਸੁਣ ਚੁੱਕੇ ਹੋ। ਤੇ ਫਿਰ ਗੁਰੂ ਰਾਮਦਾਸ ਮਹਾਰਾਜ ਦਾ ਨਾਨਕੇ ਪਿੰਡ ਬਾਸਰਕੇ ਸੀ, ਤੇ ਬਾਸਰਕੇ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਨਗਰ ਸੀ। ਔਰ ਉੱਥੇ ਸਭ ਤੋਂ ਪਹਿਲਾਂ ਬਾਸਰਕੇ ਪਿੰਡ ਦੇ ਵਿੱਚ ਹੀ
ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਹੜੇ ਨਾਨਕੇ ਪਰਿਵਾਰ ਵਾਲੇ ਸੱਜਣ ਸਨ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਲਿਆਏ ਤੇ ਨਾਲ ਬੇਨਤੀ ਕੀਤੀ, ਮਹਾਰਾਜ ਇਹ ਜਿਹੜਾ ਬਾਲਕ ਹੈ ਇਹ ਅਨਾਥ ਹੈ, ਬੇਸਹਾਰਾ ਹੈ, ਇਹਦੇ ਮਾਤਾ ਪਿਤਾ ਚਲਾਣਾ ਕਰ ਗਏ ਨੇ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਕੀ ਹੋ ਗਿਆ, ਇਹਨਾਂ ਨੂੰ ਸਾਡੇ ਨਾਲ ਭੇਜੋ। ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਮਾਤਾ ਪਿਤਾ ਵਾਲਾ ਪਿਆਰ ਵੀ ਦਿੱਤਾ। ਇੱਥੇ ਹੀ ਬਸ ਨਹੀਂ, ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਨਾਲ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਵੀ ਕਰ ਦਿੱਤਾ। ਤੇ ਫਿਰ ਉਸ ਪੱਖ ਤੋਂ ਵੀ ਮਾਤਾ ਪਿਤਾ ਦਾ ਅਸਥਾਨ ਗੁਰੂ ਨੂੰ ਪ੍ਰਾਪਤ ਹੋਇਆ। ਇਸੇ ਲਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਮੇਰਾ ਮਾਤਾ ਤੇ ਪਿਤਾ ਪੂਜਨੀਕ ਪੂਰਾ ਸਤਿਗੁਰੂ ਹੀ ਹੈ। ਜਿਵੇਂ ਜਲ ਦੇ ਨਾਲ ਮਿਲ ਕੇ ਕਮਲ ਦਾ ਫੁੱਲ ਖਿੜਦਾ ਹੈ, ਇਸੇ ਤਰ੍ਹਾਂ ਮੈਂ ਸਤਿਗੁਰੂ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਜਾਣਾ ਹਾਂ। ਮੇਰੇ ਮਨ ਤਨ ਵੇਦਨ ਮੈਂ ਬਿਨ ਗੁਰ ਦੇਖੈ ਨੀਂਦ ਨਾ ਆਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਨੂੰ ਬਿਨਾਂ ਗੁਰੂ ਦੇ ਦੇਖਣ ਤੋਂ, ਬਿਨਾਂ ਗੁਰੂ ਦੇ ਦੀਦਾਰ ਤੋਂ ਨੀਂਦ ਨਹੀਂ ਆਉਂਦੀ, ਭਾਵ ਮੇਰੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ। ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਵੇ। ਹਾਂ, ਮੇਰੇ ਮਨ ਤੇ ਤਨ ਦੇ ਅੰਦਰ ਵੀ ਗੁਰੂ ਦੇ ਵਿਛੋੜੇ ਦੀ ਵੇਦਨ ਦਾ ਅਰਥ ਹੈ ਪੀੜਾ ਲੱਗ ਰਹੀ ਹੈ, ਮੇਰੇ ਮਨ ਵਿੱਚ ਵੀ ਤੇ ਮੇਰੇ ਤਨ ਦੇ ਵਿੱਚ ਵੀ ਉਸ ਸਤਿਗੁਰੂ ਦੇ ਵਿਛੋੜੇ ਦੀ ਐਸੀ ਪੀੜਾ ਲੱਗ ਰਹੀ ਹੈ, ਮੈਨੂੰ ਰਾਤ ਦਿਨ ਨੀਂਦ ਵੀ ਨਹੀਂ ਆ ਸਕਦੀ। ਹਰ ਹਰ ਦਇਆ ਕਰਹੁ ਗੁਰ ਮੇਲਹੁ ਜਨ ਨਾਨਕ ਗੁਰ ਮਿਲ ਰਹਸੈ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਦਇਆ ਕਰੋ, ਤੁਸੀਂ ਸਾਡੇ ਤੇ ਮਿਹਰ ਕਰੋ ਤੇ ਸਾਨੂੰ ਪੂਰੇ ਗੁਰੂ ਦੇ ਨਾਲ ਮੇਲ ਦੇਵੋ। ਜਨ ਨਾਨਕ ਗੁਰ ਮਿਲ ਰਹਸੈ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਪ੍ਰਭੂ ਜੀਓ, ਅਸੀਂ ਗੁਰੂ ਦੇ ਨਾਲ ਮਿਲ ਕੇ ਰਹੱਸਦਾਰ ਅਸੀਂ ਪ੍ਰਸੰਨ ਹੋਵਾਂਗੇ, ਆਨੰਦਿਤ ਹੋਵਾਂਗੇ ਤੇ ਸਾਨੂੰ ਆਤਮਕ ਖੁਸ਼ੀਆਂ ਤੇ ਖੇੜੇ ਪ੍ਰਾਪਤ ਹੋਣਗੇ। ਮਾਝ ਮਹੱਲਾ ਚੌਥਾ। ਹਰ ਗੁਣ ਪੜੀਐ ਹਰ ਗੁਣ ਗੁਣੀਐ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੀਸਰੇ ਸ਼ਬਦ ਵਿੱਚ ਫਰਮਾਉਂਦੇ ਨੇ, ਗੁਰਮੁਖੋ ਹਰ ਗੁਣ ਪੜੀਐ, ਬਈ ਵਾਹਿਗੁਰੂ ਦੇ ਗੁਣਾਂ ਨੂੰ ਧਰਮ ਗ੍ਰੰਥਾਂ ਦੁਆਰਾ ਪੜ੍ਹਨਾ ਚਾਹੀਦਾ ਹੈ। ਸਭ ਤੋਂ ਪਵਿੱਤਰ ਧਰਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਇਸ ਲਈ ਗੁਰਬਾਣੀ ਦੁਆਰਾ ਵਾਹਿਗੁਰੂ ਦੇ ਗੁਣਾਂ ਨੂੰ ਪੜ੍ਹਨਾ ਚਾਹੀਦਾ ਹੈ ਤੇ ਹਰ ਗੁਣ ਗੁਣੀਐ, ਤੇ ਗੁਰਬਾਣੀ ਦੁਆਰਾ ਹੀ ਵਾਹਿਗੁਰੂ ਦੇ ਗੁਣਾਂ ਦੀ ਗੁਣੀਆਂ ਵਿਚਾਰ ਕਰਨੀ ਚਾਹੀਦੀ ਹੈ। ਹਰ ਹਰ ਨਾਮ ਕਥਾ ਨਿਤ ਸੁਣੀਐ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤ ਸੰਗਤ ਵਿੱਚ ਜਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਤੇ ਨਾਲ ਹੀ ਭਾਈ ਗੁਰਬਾਣੀ ਦੀ ਨਾਮ ਦੀ ਕਥਾ ਵੀ ਹਮੇਸ਼ਾ ਸੁਣਨੀ ਚਾਹੀਦੀ ਹੈ।